Hello students, how are you? We are reading third chapter, Secret of Happiness. Today we will complete that lesson. Let's start. A fear is not unlike a ghost. ਡਰ ਭੂਤ ਤੋਂ ਜ਼ਿਆਦਾ ਵੱਖਰਾ ਨਹੀਂ ਹੁੰਦਾ. It frightens you in the gloom. ਇਹ ਹਨੇਰੇ ਵਿੱਚ ਤੁਹਾਨੂੰ ਡਰਾ ਦਿੰਦਾ ਹੈ. But there is not much to it when you get it into the light. ਲੇਕਿਨ ਜਦ ਤੁਸੀਂ ਇਸ ਨੂੰ ਰੋਸ਼ਨੀ ਵਿੱਚ ਲੈ ਕੇ ਆਉਂਦੇ ਹੋ ਤਾਂ ਇਸ ਵਿੱਚ ਜਿਹਾ ਕੁਝ ਨਹੀਂ ਹੁੰਦਾ. Most of the things one fears never happen. ਬਹੁਤ ਸਾਰੀਆਂ ਚੀਜ਼ਾਂ ਜੋ ਇੱਕ ਆਦਮੀ ਨੂੰ ਡਰਾਉਂਦੀਆਂ ਨੇ ਉਹ ਕਦੇ ਵਾਪਰਦੀਆਂ ਹੀ ਨਹੀਂ. ਐਟ ਲੀਸਟ ਘੱਟੋ ਘੱਟ ਦੇ ਡੋਂਟ ਅਮਾਊਂਟ ਟੂ ਐਨੀਥਿੰਗ. ਉਹਨਾਂ ਵਿੱਚ ਜਿਹਾ ਕੁਝ ਵੀ ਨਹੀਂ ਹੁੰਦਾ. ਐਜ਼ ਵਨ ਫਰੋਗ ਇਨ ਅ ਪੌਂਡ ਮੇ ਸਾਊਂਡ ਲਾਈਕ 100. ਪੌਂਡ ਦੇ ਵਿੱਚ ਤਲਾਬ ਦੇ ਵਿੱਚ ਇੱਕ ਡੱਡੂ ਦੀ ਆਵਾਜ਼ 100 ਡੱਡੂਆਂ ਵਰਗੀ ਜਾਪਦੀ ਹੈ. ਵੈਨ ਵਨ ਇਜ਼ ਟਰਾਈਂਗ ਟੂ ਸਲੀਪ. ਜਦੋਂ ਕੋਈ ਵੀ ਆਦਮੀ ਸੌਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ. ਸੋ ਵਨ ਲਿਟਲ ਫੈਕਟ ਮੇ ਬੀ ਇਨਲਾਰਜਡ. ਇਸ ਲਈ ਇੱਕ ਛੋਟੇ ਜਿਹੇ ਤੱਥ ਨੂੰ ਵੱਡਾ ਕੀਤਾ ਜਾਂਦਾ ਹੈ. ਕਿਸ ਦੇ ਦੁਆਰਾ? ਬਾਈ ਮੈਂਟਲ ਫੀਅਰ ਐਂਡ ਡਿਸਟੋਰਟਡ ਅਮੇਜ਼ਿੰਗ ਆਊਟ ਆਫ ਆਲ ਪ੍ਰੋਪਰਸ਼ਨਸ ਟੂ ਇਟਸ ਰੀਅਲ ਸਾਈਜ਼. ਇੱਕ ਛੋਟੀ ਜਿਹੀ ਚੀਜ਼ ਨੂੰ ਵੱਡਾ ਆਕਾਰ ਦਿੱਤਾ ਜਾ ਸਕਦਾ ਹੈ. ਕਿਸ ਦੇ ਦੁਆਰਾ? ਮੈਂਟਲ ਫੀਅਰ ਦੇ ਦੁਆਰਾ, ਮਾਨਸਿਕ ਡਰ ਦੇ ਦੁਆਰਾ, ਔਰ ਡਿਸਟੋਰਟਡ ਅਮੇਜ਼ਿੰਗ ਔਰ ਵਿਗੜੀ ਹੋਈ ਕਲਪਨਾ ਦੇ ਦੁਆਰਾ. Once in a lonely cabin on a dark night, deep in the north woods, I heard on the porch noises that sent a shiver up my spine. एक बार नॉर्थ वुड्स ਦੇ ਕਾਫੀ ਅੰਦਰ ਇੱਕ ਹਨੇਰੀ ਰਾਤ ਵਿੱਚ ਔਰ ਇੱਕ ਲੋਨਲੀ ਕੈਬਿਨ, ਇੱਕ ਇਕਾਂਤ ਕੈਬਿਨ ਵਿੱਚ ਬੈਠੇ ਹੋਏ, ਆਈ ਹਰਡ ਔਨ ਦੀ ਪੋਰਚ ਨੋਇਜ਼ਸ. ਮੈਂ ਬਰਾਮਦੇ ਵਿੱਚ ਆਉਂਦੀਆਂ ਹੋਈਆਂ ਕੁਝ ਆਵਾਜ਼ਾਂ ਸੁਣੀਆਂ. ਦੈਟ ਸੈਂਟ ਅ ਸ਼ਿਵਰ ਅਪ ਮਾਈ ਸਪਾਈਨ. ਜਿਸ ਨੇ ਮੇਰੀ ਸਪਾਈਨ ਦੇ, ਜਿਸ ਨੇ ਮੇਰੀ ਰੀੜ੍ਹ ਦੀ ਹੱਡੀ ਵਿੱਚ ਇੱਕ ਕੰਬਣੀ ਪੈਦਾ ਕਰ ਦਿੱਤੀ. ਇਟ ਸਾਊਂਡਡ ਲਾਈਕ ਦੀ ਕੌਸ਼ੀਅਸ ਅਪਰੋਚ ਆਫ ਸੈਵਰਲ ਇੰਟਰੂਡਰਸ. ਉਹ ਆਵਾਜ਼ਾਂ ਕਈ ਇੰਟਰੂਡਰਸ, ਕਈ ਘੁਸਪੈਠੀਆਂ ਦੁਆਰਾ ਸਾਵਧਾਨੀ ਨਾਲ, ਕੌਸ਼ੀਅਸ ਤਾਂ ਸਾਵਧਾਨੀ ਨਾਲ ਕੁਝ ਆਉਣ ਵਰਗੀਆਂ ਸਨ. ਉਹ ਜਿਹੜੀਆਂ ਆਵਾਜ਼ਾਂ ਸਨ, ਇਸ ਤਰ੍ਹਾਂ ਲੱਗਦਾ ਸੀ ਕਿ ਸੈਵਰਲ, ਕਿ ਬਹੁਤ ਸਾਰੇ ਜਿਹੜੇ ਇੰਟਰੂਡਰਸ ਨੇ, ਜਿਹੜੇ ਘੁਸਪੈਠੀਏ ਨੇ, ਉਹ ਆ ਗਏ ਹਨ. ਆਈ ਸੈਟ ਟ੍ਰਾਂਸਫਿਕਸਡ ਰੂਟਡ ਟੂ ਮਾਈ ਚੇਅਰ ਵਿਦ ਐਵਰੀ ਹੇਅਰ ਸੀਮਿੰਗਲੀ ਸਟੈਂਡਿੰਗ ਔਨ ਐਂਡ. ਔਰ ਮੈਂ ਆਪਣੀ ਕੁਰਸੀ ਨਾਲ ਚਿਪਕਿਆ ਹੋਇਆ, ਟ੍ਰਾਂਸਫਿਕਸਡ ਚਿਪਕਿਆ ਹੋਇਆ ਔਰ ਹੈਰਾਨ ਹੋਇਆ ਬੈਠਾ ਰਿਹਾ. ਔਰ ਵਿਦ ਐਵਰੀ ਹੇਅਰ ਸੀਮਿੰਗਲੀ ਸਟੈਂਡਿੰਗ ਔਨ ਐਂਡ. ਔਰ ਜਦੋਂ ਕਿ ਮੇਰਾ ਵਿਦ ਐਵਰੀ ਹੇਅਰ, ਜਦੋਂ ਕਿ ਮੇਰੇ ਰੋਮ ਦੇ ਵਾਲ ਜਿਹੜੇ ਸਨ ਉਹ ਖੜੇ ਹੋ ਰਹੇ ਸਨ. ਮਤਲਬ ਮੈਨੂੰ ਡਰ ਲੱਗ ਰਿਹਾ ਸੀ. ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜਿਹੜੇ ਮੇਰੇ ਵਾਲ ਨੇ, ਜਿਹੜੇ ਮੇਰੇ ਰੋਮ ਨੇ, ਉਹ ਖੜੇ ਹੋ ਰਹੇ ਹਨ. ਨਿਊਜ਼ਪੇਪਰਸ ਅਕਾਊਂਟਸ ਆਫ ਅ ਰੀਸੈਂਟ ਮਰਡਰ ਇਨ ਦੈਟ ਸੈਕਸ਼ਨ. ਉਸ ਸੈਕਸ਼ਨ ਦੇ ਵਿੱਚ ਹਾਲ ਵਿੱਚ ਹੀ ਹੋਏ ਕਤਲ ਦਾ ਜਿਹੜਾ ਵੇਰਵਾ ਸੀ ਇੱਕ ਅਖਬਾਰ ਦੇ ਵਿੱਚ, ਉਹ ਫਲੈਸ਼ਡ ਅਕਰੋਸ ਮਾਈ ਮਾਈਂਡ. ਉਹ ਮੇਰੀਆਂ ਅੱਖਾਂ ਸਾਹਮਣੇ ਆ ਗਿਆ, ਮੇਰੇ ਮਨ ਵਿੱਚ ਆ ਗਿਆ. ਦਿਸ ਇਜ਼ ਦਾ ਐਂਡ ਆਈ ਥੋਟ. ਮੈਂ ਸੋਚਿਆ ਇਹ ਅੰਤਲਾ ਸਮਾਂ ਹੈ. ਬਟ ਆਈ ਵਾਜ਼ ਫਾਰ ਫਰੋਮ ਬੀਇੰਗ ਪ੍ਰੀਪੇਅਰ ਟੂ ਡਾਈ. ਲੇਕਿਨ ਮੈਂ ਮਰਨ ਨੂੰ ਤਿਆਰ ਨਹੀਂ ਸੀ. ਆਈ ਡਿਡ ਨਾਟ ਵਾਂਟ ਟੂ ਡਾਈ. ਔਰ ਮੈਂ ਮਰਨਾ ਵੀ ਨਹੀਂ ਚਾਹੁੰਦਾ ਸੀ. ਆਈ ਵਾਂਟਡ ਟੂ ਗੈਟ ਆਊਟ ਆਫ ਦੇਅਰ. ਮੈਂ ਉੱਥੋਂ ਬਚ ਕੇ ਨਿਕਲ ਜਾਣਾ ਚਾਹੁੰਦਾ ਸੀ. ਫਾਈਨਲੀ ਅਨਏਬਲ ਟੂ ਸਟੈਂਡ ਦੀ ਸਸਪੈਂਸ ਲੋਂਗਰ ਐਂਡ ਡੈਸਪੀਰੇਸ਼ਨ. ਅੰਤ ਵਿੱਚ ਜ਼ਿਆਦਾ ਸਮੇਂ ਤੱਕ ਉਸ ਸਸਪੈਂਸ ਨੂੰ, ਉਸ ਦੁਵਿਧਾ ਨੂੰ ਔਰ ਉਸ ਨਿਰਾਸ਼ਾ ਨੂੰ ਨਾ ਸਹਾਰਦੀ ਹੋਈ, ਲੈਂਡਿੰਗ ਬ੍ਰੇਵਡੂ, ਉਹਨਾਂ ਚੀਜ਼ਾਂ ਨੂੰ ਨਾ ਸਹਾਰਦੀ ਹੋਈ, ਉਸ ਸਸਪੈਂਸ ਨੂੰ, ਉਸ ਦੁਵਿਧਾ ਨੂੰ ਔਰ ਉਸ ਡੈਸਪੀਰੇਸ਼ਨ ਨਾ ਸਹਾਰਦੀ ਹੋਈ, ਉਸ ਚੀਜ਼ ਨੇ ਮੇਰੇ ਅੰਦਰ ਇੱਕ ਬਹਾਦਰੀ ਪੈਦਾ ਕਰ ਦਿੱਤੀ. ਉਹ ਜਿਹੜੀ ਚੀਜ਼ ਸੀ, ਜਿਹੜਾ ਸਸਪੈਂਸ ਸੀ, ਜਿਹੜੀ ਡੈਸਪੀਰੇਸ਼ਨ ਸੀ, ਉਹ ਮੈਨੂੰ ਲੈ ਗਈ ਬ੍ਰੇਵਡੋ ਵੱਲ, ਬਹਾਦਰੀ ਵੱਲ. ਆਈ ਲਿਪਡ ਟੂ ਦੀ ਡੋਰ. ਮੈਂ ਦਰਵਾਜ਼ੇ ਵੱਲ ਉਛਲਿਆ. ਫਲੰਗ ਇਟ ਓਪਨ. ਇਸ ਨੂੰ ਇੱਕਦਮ ਖੋਲ੍ਹਿਆ. ਐਕਸਪੈਕਟਿੰਗ, ਔਰ ਇਹ ਆਸ ਕੀਤੀ ਸੀ ਆਪਣੇ ਮਨ ਅੰਦਰ ਕਿ ਟੂ ਸੀ ਅ ਹੌਲ ਐਰੋ ਆਫ ਗੈਂਗਸਟਰ, ਕਿ ਉਸ ਦਾ ਮੁਕਾਬਲਾ ਹੋਵੇਗਾ ਇੱਕ ਡਾਕੂਆਂ ਦੇ ਸਮੂਹ ਦੇ ਨਾਲ, ਐਰੇ ਆਫ ਗੈਂਗਸਟਰ ਦੇ ਨਾਲ,
ਜਿਸ ਦੇ ਪਾਸ ਮਸ਼ੀਨ ਗਨਸ ਹੋਣਗੀਆਂ, ਜਿਸ ਦੇ ਪਾਸ ਪਿਸਟਲ ਹੋਣਗੇ। ਇਹ ਉਸਨੇ ਸੋਚਿਆ ਸੀ। ਇਨਸਟੈਡ ਅ ਲਿਟਲ ਚਿੰਪਕ ਸਕਰੀਡ ਆਫ ਇਨਟੂ ਦ ਡਾਰਕਨੈਸ। ਲੇਕਿਨ ਹੋਇਆ ਕੀ, ਬਜਾਏ ਇਸ ਦੇ ਕਿ ਉਸ ਦਾ ਮਤਲਬ ਸਾਹਮਣਾ ਡਾਕੂਆਂ ਦੇ ਸਮੂਹ ਨਾਲ ਹੁੰਦਾ, ਬਜਾਏ ਇਸ ਦੇ ਇੱਕ ਛੋਟੀ ਜਿਹੀ ਗਲੈਰੀ ਹਨੇਰੇ ਵਿੱਚ ਦੌੜ ਗਈ। ਕੁਝ ਵੀ ਨਹੀਂ ਸੀ ਉੱਥੇ, ਕਿਉਂਕਿ ਉਸ ਦੇ ਮਨ ਅੰਦਰ ਇੱਕ ਡਰ ਬੈਠ ਗਿਆ ਸੀ। ਲਿਵਿੰਗ ਮੀ ਲਿੰਪ ਐਂਡ ਮੋਟੀਫਾਈਡ। ਮੈਨੂੰ ਸੁਣ ਕਰਕੇ ਉਹ ਜਿਹੜੀ ਘਟਨਾ ਸੀ ਮੈਨੂੰ ਸੁਣ ਕਰਕੇ ਛੱਡ ਗਈ। ਬਟ ਯੈਟ ਦੀ ਲਰਨਰ ਆਫ ਅ ਗ੍ਰੇਟ ਲੈਸਨ। ਲੇਕਿਨ ਇੱਕ ਵੱਡਾ ਸਬਕ ਸਿਖਾ ਗਈ। ਨੇਮਲੀ ਦੈਟ ਇਟ ਇਜ਼ ਵੈਰੀ ਸਲੂਟਰੀ ਟੂ ਗੈਟ ਅ ਗੁੱਡ ਲੁੱਕ ਐਟ ਯੂਰ ਫੀਅਰਸ। ਇਹ ਸਾਵਧਾਨੀ ਵਾਲੀ ਗੱਲ ਹੋਵੇਗੀ। ਇਟ ਇਜ਼ ਵੈਰੀ ਸਲੂਟਰੀ। ਕਿਹੜੀ ਚੀਜ਼ ਸਾਵਧਾਨੀ ਵਾਲੀ ਹੈ ਕਿ ਆਪਣੇ ਡਰਾਂ ਨੂੰ ਪਹਿਲਾਂ ਦੇਖੋ, ਚੰਗੀ ਤਰ੍ਹਾਂ ਨਜ਼ਰ ਮਾਰੋ। ਐਂਡ ਦੈਟ ਵੈਨ ਯੂ ਡੂ, ਔਰ ਜੇ ਤੁਸੀਂ ਅਜਿਹਾ ਕਰ ਲੈਂਦੇ ਹੋ, ਜੇ ਤੁਸੀਂ ਆਪਣੇ ਡਰਾਂ ਨੂੰ ਪਰਖ ਲੈਂਦੇ ਹੋ, ਉਹਨਾਂ ਨੂੰ ਵੇਖ ਲੈਂਦੇ ਹੋ, ਜਾਂਚ ਲੈਂਦੇ ਹੋ, ਦੇ ਆਰ ਮਚ ਲੈਸ ਇੰਪ੍ਰੈਸਿਵ, ਤਾਂ ਬਹੁਤ ਘੱਟ ਪ੍ਰਭਾਵਸ਼ਾਲੀ ਰਹਿ ਜਾਂਦੇ ਹਨ। ਕਿਸ ਨਾਲੋਂ? ਦੈਨ ਯੂ ਹੈਡ ਅਮੇਜ਼ਿੰਗ ਦੈਮ ਟੂ ਬੀ, ਜਿਹੜੀ ਤੁਸੀਂ ਆਪਣੇ ਮਨ ਵਿੱਚ ਕਲਪਨਾ ਕੀਤੀ ਹੁੰਦੀ ਹੈ। ਫੇਥ ਇਨ ਹਿਮ, ਪਰਮਾਤਮਾ ਵਿੱਚ ਵਿਸ਼ਵਾਸ। ਅ ਗ੍ਰੇਟ ਜੈਪਨੀਜ਼ ਕਾਗਾਵਾ, ਅ ਪ੍ਰੈਚਰ ਐਂਡ ਅ ਸੋਸ਼ਲ ਵਰਕਰ। ਇੱਕ ਗ੍ਰੇਟ ਜਾਪਾਨੀ ਜਿਸ ਦਾ ਨਾਮ ਕਾਗਾਵਾ ਸੀ, ਜੋ ਇੱਕ ਪ੍ਰਚਾਰਕ ਵੀ ਸੀ, ਇੱਕ ਸੋਸ਼ਲ ਵਰਕਰ ਵੀ ਸੀ, ਇੱਕ ਵਾਰ ਸਾਡੇ ਦੇਸ਼ ਵਿੱਚ ਆਇਆ। ਐਵਰੀਵਨ ਨੋਟਡ that he carried about himself a sense of peace and poise and inner strength and confidence that was truly remarkable। ਹਰ ਇੱਕ ਨੇ ਨੋਟ ਕੀਤਾ ਕਿ ਉਸ ਦੇ ਅੰਦਰ ਇੱਕ ਸ਼ਾਂਤੀ ਔਰ ਇੱਕ ਮਾਨਸਿਕ ਸੰਤੁਲਨ ਦੀ ਭਾਵਨਾ ਸੀ, ਔਰ ਇੱਕ ਇਨਰ ਸਟਰੈਂਥ, ਇੱਕ ਅੰਦਰੂਨੀ ਮਜ਼ਬੂਤੀ ਜੋ ਅੰਦਰ ਤੋਂ ਮਜ਼ਬੂਤ ਹੋਵੇ, ਔਰ ਵਿਸ਼ਵਾਸ ਸੀ ਜੋ ਸੱਚਮੁੱਚ ਹੀ ਰਿਮਾਰਕੇਬਲ ਸੀ, ਦੱਸਣਯੋਗ ਸੀ। ਕਗਾਵਾ ਹੈ ਡਿਸਕਵਰਡ ਅ ਪ੍ਰਾਈਸਲੈਸ ਸੀਕ੍ਰੇਟ। ਕਗਾਵਾ ਨੇ ਡਿਸਕਵਰ ਕਰ ਲਿਆ ਸੀ ਇੱਕ ਅਮੁੱਲ, ਪ੍ਰਾਈਸਲੈਸ, ਜਿਸ ਦਾ ਕੋਈ ਮੁੱਲ ਨਾ ਹੋਵੇ। ਕਗਾਵਾ ਨੇ ਇੱਕ ਅਮੁੱਲ ਜਿਹੜਾ ਰਹੱਸ ਸੀ ਉਸ ਨੂੰ ਡਿਸਕਵਰ ਕਰ ਲਿਆ ਸੀ। ਐਂਡ ਹੀ ਗੇਵ ਅਸ ਹਿਸ ਸੀਕ੍ਰੇਟ, ਔਰ ਉਸਨੇ ਉਹ ਸੀਕ੍ਰੇਟ ਸਾਨੂੰ ਦੱਸਿਆ, ਇਹ ਕਹਿੰਦੇ ਹੋਏ ਦੈਟ ਇਫ ਡਜ਼ ਹੀ ਐਜ਼ ਹੀ ਡਿਡ, ਕਿ ਜੇਕਰ ਜਿਵੇਂ ਉਸਨੇ ਕੀਤਾ, ਜੇਕਰ ਉਹ ਕੀਤਾ ਜਾਂਦਾ ਹੈ ਤਾਂ ਕੀ ਕੀਤਾ ਜਾਂਦਾ ਹੈ, ਜੇਕਰ ਜੋ ਉਸਨੇ ਕੀਤਾ ਜੇਕਰ ਉਹ ਕੀਤਾ ਜਾਵੇ। ਇਮਰਸ ਹਿਮਸੈਲਫ ਓਵਰ ਅ ਲੌਂਗ ਪੀਰੀਅਡ ਇਨ ਦੀ ਗ੍ਰੇਸ ਆਫ ਗੋਡ, ਖੁਦ ਨੂੰ ਪਰਮਾਤਮਾ ਦੀ ਕਿਰਪਾ ਵਿੱਚ ਡੁਬੋ ਦੇਣਾ, ਆਪਣੇ ਆਪ ਨੂੰ ਉਸ ਪਰਮਾਤਮਾ ਦੀ ਕਿਰਪਾ ਦੇ ਵਿੱਚ ਇਮਰਸ ਕਰ ਦੇਣਾ, ਡੁਬੋ ਦੇਣਾ। ਹੀ ਵਿਲ ਐਂਟਰ ਇਨਟੂ ਅ ਪ੍ਰੋਫਾਊਂਡ ਕਾਮ, ਤਾਂ ਫਿਰ ਉਹ ਇੱਕ ਅਨੰਤ ਸ਼ਾਂਤੀ ਦੇ ਵਿੱਚ ਦਾਖਲ ਹੋ ਜਾਵੇਗਾ। ਉਸ ਦੇ ਅੰਦਰ ਇੱਕ ਪ੍ਰੋਫਾਊਂਡ, ਇੱਕ ਬਹੁਤ ਡੂੰਘਾਈ ਵਾਲੀ ਸ਼ਾਂਤੀ ਆ ਜਾਵੇਗੀ। ਦੈਟ ਨਥਿੰਗ ਕੈਨ ਡਿਸਟਰੋਏ, ਜਿਸ ਨੂੰ ਕੋਈ ਵੀ ਚੀਜ਼ ਖਤਮ ਨਹੀਂ ਕਰ ਸਕਦੀ। ਕਗਾਵਾ ਸੈਡ ਦੈਟ encountering mobs threatened by soldiers, disease afflicted him but he never lost his calm। ਕਗਾਵਾ ਨੇ ਕਿਹਾ ਕਿ that encountering mobs, ਕਿ ਉਸ ਦਾ ਸਾਹਮਣਾ ਹੋਇਆ ਲੋਕਾਂ ਦੀ ਭੀੜ ਦੇ ਨਾਲ, ਔਰ ਥ੍ਰੈਟਨਡ ਬਾਈ ਸੋਲਜਰਸ, ਔਰ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸੈਨਿਕਾਂ ਦੁਆਰਾ, ਅਪਰਾਧੀ ਮਤਲਬ ਓਪੋਨੈਂਟਸ, ਵਿਰੋਧੀਆਂ ਦੁਆਰਾ ਉਸ ਨੂੰ ਹਰਟ ਕੀਤਾ ਗਿਆ। ਦੈਟ ਕਾਮ ਨੇਵਰ ਲੈਫਟ ਹਿਮ, ਫਿਰ ਵੀ ਉਸ ਸ਼ਾਂਤੀ ਨੇ ਉਸ ਦਾ ਸਾਥ ਨਹੀਂ ਛੱਡਿਆ, ਜੋ ਮਨ ਦੀ ਸ਼ਾਂਤੀ ਸੀ ਉਸ ਦਾ ਸਾਥ ਨਹੀਂ ਛੱਡਿਆ, ਭਾਵੇਂ ਕਿ ਉਸ ਨੂੰ ਇਹਨੇ ਤਸੀਹੇ ਦਿੱਤੇ ਗਏ। ਹਿਜ਼ ਆਈ ਸਾਈਟ ਵਾਸ ਥ੍ਰੈਟਨਡ, ਡਿਸੀਜ਼ ਅਫਲਿਕਟਡ ਹਿਮ ਬਟ ਹੀ ਨੈਵਰ ਲੋਸਟ ਹਿਜ਼ ਕਾਮ। ਉਸ ਦੀ ਜੋ ਆਈ ਸਾਈਟ ਸੀ, ਜੋ ਦ੍ਰਿਸ਼ਟੀ ਸੀ, ਉਹ ਖਤਰੇ ਵਿੱਚ ਸੀ, ਬਿਮਾਰੀ ਉਸ ਨੂੰ ਲੱਗ ਗਈ ਸੀ, ਲੇਕਿਨ ਬਟ ਹੀ ਨੈਵਰ ਲੋਸਟ ਹਿਜ਼ ਕਾਮ, ਲੇਕਿਨ ਉਸਨੇ ਕਦੇ ਵੀ ਉਸਨੇ ਉਸ ਸ਼ਾਂਤੀ ਨੂੰ ਨਹੀਂ ਗਵਾਇਆ ਸੀ। ਉਸ ਦੀ ਆਈ ਸਾਈਟ ਚਾਹੇ ਥ੍ਰੈਟਨਡ ਸੀ, ਬਿਮਾਰੀ ਉਸ ਨੂੰ ਲੱਗ ਗਈ ਸੀ, ਲੇਕਿਨ ਉਸਨੇ ਆਪਣੀ ਸ਼ਾਂਤੀ ਨੂੰ ਨਹੀਂ ਗਵਾਇਆ, ਜੋ ਮਨ ਦੀ ਸ਼ਾਂਤੀ ਸੀ। ਹੀ ਟੈਸਟੀਫਾਈਡ that he was often amazed by the depth of this peace, और he testified, और उसने testified ਕੀਤਾ ਕਿ ਉਹ ਕਦੇ-ਕਦੇ ਹੈਰਾਨ ਹੁੰਦਾ ਸੀ ਉਸ ਪੀਸ ਦੀ ਡੈਪਥ ਨੂੰ ਦੇਖ ਕੇ, ਉਸ ਮਨ ਦੀ ਸ਼ਾਂਤੀ ਦੀ ਡੂੰਘਾਈ ਨੂੰ ਵੇਖ ਕੇ ਉਹ ਵੀ ਕਦੇ-ਕਦੇ ਹੈਰਾਨ ਹੁੰਦਾ ਸੀ। ਔਰ this he assured us,
उसने सानू ये विश्वास दिता। ही हैड फाउंड इन गॉड, उसने सानू विश्वास दिवाया कि ही हैड फाउंड इन गॉड, कि ये शांति उसनू ईश्वर विचों मिली सी। इन दैट रिलेशनशिप ही लॉस्ट हिज फीयर्स, और इस संबंध के कारण, किस संबंध के कारण, उस परमात्मा के नाल संबंध के कारण उसने सारे डरां तो छुटकारा पा लिया सी। देयर इज़ द रियल escape फ्रॉम फीयर, डर तो छुटकारा पाउण दा, डर तो मुक्ति पाउण दा यही एक तरीका है। गैट अ डीप अनशेकेबल फेथ इन द फैक्ट, इस तत्त दे विच डूंगा और अडोल विश्वास रखो कि यू आर नॉट अलोन, तुसी इकल्ले नहीं, बट दैट गॉड वॉचस ओवर यू, क्योंकि परमात्मा तुहाडी निगरानी करता है, एंड केयर फॉर यू, और तुहाडे लई चिंता करता है, एंड विल ब्रिंग यू थ्रू ऑल डिफिकल्टीज, और वो तुहानू सारी कठिनाइयां तो बाहर कढ़ लवेगा। दैन यू विल हैव टोटल पीस ऑफ माइंड, फिर तुहानू पूर्ण मानसिक शांति प्राप्त होवेगी। कॉन्फिडेंस नॉट फियर विल बी योर्स फॉर एवर, आत्मविश्वास ना कि डर सदा दे लई तुहाडा हो जाएगा। जो आत्मविश्वास है वो सदा दे लई तुहाडा हो जाएगा, ना कि डर। थैंक्स।